Now you can see on your screen lines written in early spring, poem number 1 written by William Wordsworth. I heard 1,000 blended notes while in a grove I sat reclined in that sweet mood when pleasant thoughts bring sad thoughts to the mind. ਮੈਂ ਪ੍ਰਕਿਰਤੀ ਦੇ ਵਿੱਚ ਬੈਠਾ ਦਰਖਤਾਂ ਦੇ ਥੱਲੇ ਆਰਾਮ ਨਾਲ ਸੁਸਤਾ ਰਿਹਾ ਸੀ ਤੇ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਬਲੈਂਡਡ ਨੋਟਸ ਤਰ੍ਹਾਂ ਤਰ੍ਹਾਂ ਦੀਆਂ ਸੁਰ ਸੰਗੀਤ ਦੀਆਂ ਆਵਾਜ਼ਾਂ ਸੁਣ ਰਹੀਆਂ ਸੀ। ਕਦੇ ਪੱਤਿਆਂ ਦੀ ਖੜਖੜ, ਕਦੇ ਪੰਛੀਆਂ ਦਾ ਚਹਿਚਹਾਣਾ, ਕਦੇ ਝਰਨਿਆਂ ਦੀ ਆਵਾਜ਼, ਕਦੇ ਨਦੀ ਦੀ ਆਵਾਜ਼। ਇਨ ਦੈਟ ਸਵੀਟ ਮੂਡ, ਇਹੋ ਜਿਹੇ ਖੁਸ਼ੀ ਭਰੇ ਮੂਡ ਦੇ ਵਿੱਚ, ਵੈਨ ਪਲੇਜ਼ੈਂਟ ਥਾਟਸ, ਜਦੋਂ ਮੈਨੂੰ ਸਿਰਫ ਖੁਸ਼ੀ ਭਰੇ ਖਿਆਲ ਹੀ ਆ ਰਹੇ ਸੀ, ਬ੍ਰਿੰਗ ਸੈਡ ਥਾਟਸ ਟੂ ਦ ਮਾਈਂਡ, ਅਚਾਨਕ ਹੀ ਮੇਰੇ ਮਨ ਦੇ ਵਿੱਚ ਉਦਾਸ ਖਿਆਲ ਆਉਣੇ ਸ਼ੁਰੂ ਹੋ ਗਏ। To her fair works did nature link the human soul that through me ran, and much it grieved my heart to think what man has made of man. ਪ੍ਰਕਿਰਤੀ ਦੇ ਫੇਅਰ ਵਰਕਸ, ਚੰਗੇ ਕੰਮਾਂ ਦੇ ਬਦਲੇ ਅਸੀਂ ਪ੍ਰਕਿਰਤੀ ਨੂੰ ਕੀ ਦਿੱਤਾ? ਅਸੀਂ ਪ੍ਰਕਿਰਤੀ ਨੂੰ ਸਿਰਫ ਦੁੱਖ ਦਿੱਤਾ। The human soul, ਸਾਡੀ ਆਤਮਾ, that through me ran, ਮੇਰੇ ਅੰਦਰ ਜਿਹੜੀ ਇੱਕ ਮਨੁੱਖੀ ਆਤਮਾ ਸੀ, ਉਹ ਪ੍ਰਕਿਰਤੀ ਨਾਲ ਜੁੜੀ ਹੋਈ ਸੀ, ਉਹ ਆਤਮਾ ਦੁਖੀ ਹੋਣੀ ਸ਼ੁਰੂ ਹੋ ਗਈ। ਮਚ ਇਟ ਗਰੀਵਡ, ਮੇਰਾ ਦਿਲ ਇਹ ਸੋਚ ਸੋਚ ਕੇ ਦੁਖੀ ਹੋਣਾ ਸ਼ੁਰੂ ਹੋ ਗਿਆ। ਵਟ ਮੈਨ ਹੈਜ਼ ਮੇਡ ਆਫ ਮੈਨ, ਮਨੁੱਖ ਨੇ ਮਨੁੱਖ ਦਾ, ਮਨੁੱਖ ਨੇ ਪ੍ਰਕਿਰਤੀ ਦਾ, ਮਨੁੱਖ ਨੇ ਇਨਸਾਨੀਅਤ ਦਾ ਕੀ ਹਾਲ ਕਰ ਦਿੱਤਾ ਹੈ। ਥਰੂ primrose tufts in that green bower, the periwinkle trailed its wreaths, and 'tis my faith that every flower enjoys the air it breathes. ਹੁਣ ਉਹ ਕਹਿੰਦੇ ਕਿ ਜਦੋਂ ਇੱਥੇ ਮੇਰੇ ਸਾਹਮਣੇ ਫੁੱਲ ਉੱਗੇ ਹੋਏ ਆ, ਪ੍ਰਿਮਰੋਜ਼ ਕੀ ਹੈ? ਇੱਕ ਫੁੱਲ ਦਾ ਨਾਂ ਹੈ। ਟਫਟਸ ਕੀ ਹੁੰਦੀਆਂ ਨੇ? ਛੋਟੀਆਂ ਛੋਟੀਆਂ ਡੋਡੀਆਂ। ਤਾਂ ਉਹ ਖਿੜਦੇ ਹੋਏ ਫੁੱਲ ਨੂੰ ਦੇਖ ਕੇ ਮੈਂ ਸੋਚ ਰਿਹਾ, ਇਹ ਫੁੱਲ ਕਿੱਥੇ ਲੱਗਿਆ ਹੋਇਆ? ਗ੍ਰੀਨ ਬਾਵਰ ਤੇ। ਗ੍ਰੀਨ ਕੀ ਹੁੰਦਾ? ਹਰਾ। ਬਾਵਰ ਕੀ ਹੁੰਦਾ? ਟਾਹਣੀ। ਹਰੀ ਟਾਹਣੀ ਦੇ ਉੱਤੇ ਸੋਹਣੇ ਸੋਹਣੇ ਫੁੱਲਾਂ ਦੀਆਂ ਡੋਡੀਆਂ ਦੇਖ ਕੇ ਮੈਂ ਕੀ ਸੋਚ ਰਿਹਾ ਕਿ ਇਸ ਦੀ ਪੈਰੀਵਿੰਕਲ, ਰੀਤ, ਕਿੰਨਾ ਸੁੰਦਰ ਹੈ ਸਾਰਾ ਕੁਝ। ਰੀਤ, ਪੈਰੀਵਿੰਕਲ ਮੀਨਸ ਜਦੋਂ ਫੁੱਲ ਖਿੜਦਾ ਉਹਦੀਆਂ ਪੰਖੜੀਆਂ ਦੀ ਖਿੜ ਕੇ ਜਿਹੜੀ ਸੁੰਦਰਤਾ ਆਉਂਦੀ ਹੈ, ਉਸ ਨੂੰ ਅਸੀਂ ਕਹਿੰਦੇ ਹਾਂ। ਸੋ ਕਹਿੰਦੇ ਕਿ ਖਿੜੇ ਹੋਏ ਫੁੱਲ ਦੀ ਸੁੰਦਰਤਾ ਦੇਖ ਦੇਖ ਕੇ, ਹਰੀਆਂ ਟਾਹਣੀਆਂ, ਰੰਗ ਬਰੰਗੇ ਫੁੱਲ ਦੇਖ ਕੇ, and 'tis my faith that every flower enjoys the air it breathes, ਤੇ ਮੇਰਾ ਵਿਸ਼ਵਾਸ ਹੈ, ਫੇਥ ਹੈ, ਕਿ ਹਰ ਇੱਕ ਫੁੱਲ ਜਿਹੜੀ ਹਵਾ ਇਹਦੇ ਆਲੇ ਦੁਆਲੇ ਹੈ ਉਸ ਨਾਲ ਸਾਹ ਲੈ ਰਿਹਾ ਹੈ ਤੇ ਉਸ ਸਾਹ ਦਾ ਆਨੰਦ ਲੈ ਰਿਹਾ ਹੈ। ਹੁਣ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਮਨੁੱਖ ਵੀ ਸਾਹ ਲੈ ਰਿਹਾ ਹੈ, ਫੁੱਲ ਵੀ ਸਾਹ ਲੈ ਰਿਹਾ ਹੈ, ਲੇਕਿਨ ਫੁੱਲ ਪ੍ਰਕਿਰਤੀ ਨਾਲ ਇੱਕ ਮਿੱਕ ਹੈ। ਉਹ ਕਿਤੇ ਭੱਜ ਨਹੀਂ ਰਿਹਾ, ਉਹ ਕੁਝ ਸੋਚ ਨਹੀਂ ਰਿਹਾ, ਬਸ ਉਹ ਪ੍ਰਕਿਰਤੀ ਨਾਲ ਇੱਕ ਮਿੱਕ ਹੋ ਕੇ ਆਪਣੇ ਉਸ ਸਾਹ ਨੂੰ ਇੰਜੋਏ ਕਰ ਰਿਹਾ। ਪਰ ਮਨੁੱਖ ਕੀ ਕਰ ਰਿਹਾ? ਮਨੁੱਖ ਸਾਹ ਤਾਂ ਲੈ ਰਿਹਾ ਪਰ ਉਹਦੇ ਕੋਲ ਫੁਰਸਤ ਨਹੀਂ ਹੈਗੀ ਪ੍ਰਕਿਰਤੀ ਕੋਲ ਬੈਠਣ ਦੀ, ਇਸ ਲਈ ਮਨੁੱਖ ਭੱਜਿਆ ਫਿਰ ਰਿਹਾ ਤੇ ਆਪਣੇ ਕਿਸੇ ਵੀ ਸਾਹ ਨੂੰ, ਆਪਣੇ ਜੀਵਨ ਨੂੰ ਇੰਜੋਏ ਨਹੀਂ ਕਰ ਰਿਹਾ, ਪ੍ਰਕਿਰਤੀ ਨਾਲ ਜੁੜ ਨਹੀਂ ਰਿਹਾ। ਇੱਥੋਂ ਤੱਕ ਸਮਝ ਆ ਗਿਆ ਬੇਟਾ? Okay. The birds around me hopped and played. Their thoughts I cannot measure, but the least motion which they made, it seemed a thrill of pleasure. ਉਹ ਕਹਿੰਦੇ birds around me, ਮੇਰੇ ਆਲੇ ਦੁਆਲੇ ਜਿਹੜੇ ਪੰਛੀ ਸੀ, hopped, ਉਹ ਕੀ ਕਰ ਰਹੇ ਸੀ? ਉਹ ਫੁਦਕਦੇ ਫਿਰ ਰਹੇ ਸੀ, and played, ਖੇਡਦੇ ਫਿਰ ਰਹੇ ਸੀ। Their thoughts I cannot measure, ਮੈਨੂੰ ਨਹੀਂ ਸੀ ਪਤਾ ਕਿ ਪੰਛੀ ਕੀ ਸੋਚ ਰਹੇ ਆ, ਉਹਨਾਂ ਦੇ ਖਿਆਲਾਂ ਨੂੰ ਮੈਂ ਨਹੀਂ ਨਾਪ ਸਕਦਾ ਸੀ। But the least motion which they made, ਪਰ ਜਿੰਨੀ ਛੋਟੀ ਤੋਂ ਛੋਟੀ ਵੀ ਉਹ ਕੋਈ ਹਰਕਤ ਕਰਦੇ ਸੀ, ਉਸ ਦੇ ਨਾਲ ਕੀ ਹੁੰਦਾ ਸੀ? It seemed a thrill of pleasure, ਆਨੰਦ ਨਾਲ ਭਰ ਜਾਂਦਾ ਸੀ। ਤੁਸੀਂ ਬੇਟੇ ਕਦੇ ਦਰਖਤਾਂ ਥੱਲੇ ਬੈਠੇ ਹੋ, ਤੁਸੀਂ ਪੰਛੀ ਖੇਡਦੇ ਦੇਖੇ ਹੋਣੇ। ਤੁਸੀਂ ਗਿਲਹਰੀਆਂ ਭੱਜੀਆਂ ਫਿਰਦੀਆਂ ਦੇਖੀਆਂ, ਗਿਲਹਰੀ ਨੂੰ ਕੁਝ ਖਾਂਦੇ ਹੋਏ ਦੇਖਿਆ ਕਦੇ? ਕਿੰਨੀ ਪਿਆਰੀ ਲੱਗਦੀ ਹੈ, ਔਰ ਕਿੰਨੇ ਪਿਆਰੇ ਪਿਆਰੇ ਪੰਛੀ, ਮਤਲਬ ਉਹਨੂੰ ਦੇਖ ਕੇ ਮਨੁੱਖ ਦਾ ਮਨ ਵੈਸੇ ਹੀ ਖੁਸ਼ ਹੋ ਜਾਂਦਾ ਹੈ। ਚਾਹੇ ਮਨੁੱਖ ਉਦਾਸ ਹੀ ਕਿਉਂ ਨਾ ਹੋਵੇ, ਜਦੋਂ ਪੰਛੀਆਂ ਨੂੰ, ਪ੍ਰਕਿਰਤੀ ਨੂੰ ਦੇਖਦਾ ਉਹ ਖੁਸ਼ ਹੋ ਜਾਂਦਾ ਹੈ। The budding twigs spread out their fan, ਤਾਂ ਹੁਣ ਕਈ ਅਜਿਹੀਆਂ ਟਵਿਗਸ ਸੀ, ਕਈ ਅਜਿਹੀਆਂ ਡੋਡੀਆਂ ਸੀ ਜਿਹਦੇ ਵਿੱਚੋਂ ਕਿ ਪੂਰਾ ਫੈਨ ਬਣ ਰਿਹਾ ਸੀ, ਯਾਨੀ ਕਿ ਫੁੱਲ ਪੂਰਾ ਖਿੜ ਰਿਹਾ ਸੀ। ਟੂ ਕੈਚ ਦ ਬਰੀਜ਼ੀ ਏਅਰ, ਤੇ ਇਹ ਫੁੱਲ ਪੱਤੀਆਂ ਆਲੇ ਦੁਆਲੇ ਚੱਲਦੀ ਹੋਈ ਹਵਾ ਨੂੰ ਛੂ ਰਹੇ ਸੀ, ਉਹਨੂੰ ਫੜ ਰਹੇ ਸੀ। ਐਂਡ ਆਈ ਮਸਟ ਥਿੰਕ, ਡੂ ਆਲ ਆਈ ਕੈਨ, that was pleasure there,
ਤੇ ਉਸ ਟਾਈਮ ਇੰਨੀ ਜ਼ਿਆਦਾ ਸੁੰਦਰਤਾ ਨੂੰ ਦੇਖਦਾ ਹੋਇਆ ਮੈਂ ਕੀ ਸੋਚ ਰਿਹਾ ਸੀ ਕਿ ਜੇ ਧਰਤੀ ਤੇ ਕਿਤੇ ਆਨੰਦ ਹੈ ਤਾਂ ਕਿੱਥੇ ਆ ਭਲਾ? ਪ੍ਰਕਿਰਤੀ ਵਿੱਚ। ਕਿੱਥੇ ਹੈ? ਦਰਖਤਾਂ ਵਿੱਚ, ਫੁੱਲਾਂ ਵਿੱਚ, ਪੱਤਿਆਂ ਵਿੱਚ, ਠੰਡੀ ਠੰਡੀ ਹਵਾ ਵਿੱਚ, ਪੰਛੀਆਂ 'ਚ, ਪੰਛੀਆਂ ਦੀਆਂ ਆਵਾਜ਼ਾਂ 'ਚ, ਝਰਨਿਆਂ ਦੀਆਂ ਆਵਾਜ਼ਾਂ 'ਚ। ਤਾਂ ਇਹ ਸਾਰਾ ਕੁਝ ਦੇਖ ਕੇ ਮੇਰਾ ਦਿਲ ਗਦਗਦ ਹੋ ਰਿਹਾ ਸੀ, ਖੁਸ਼ ਹੋ ਰਿਹਾ ਸੀ। If this belief from heaven be sent, if such be nature's holy plan, have I not the reason to lament what man has made of man? ਅਗਰ ਇਸ ਤਰ੍ਹਾਂ ਦੀ ਸਵਰਗ ਸਮਾਨ ਪ੍ਰਕਿਰਤੀ ਸਾਨੂੰ ਇੰਨੀਆਂ ਜ਼ਿਆਦਾ ਖੁਸ਼ੀਆਂ ਦੇ ਰਹੀ ਹੈ, ਉਹ ਹੋਲੀ ਹੈ, ਪਵਿੱਤਰ ਹੈ, ਇੰਨੀ ਪਵਿੱਤਰਤਾ ਦੇ ਨਾਲ ਸਾਨੂੰ ਖੁਸ਼ੀਆਂ ਦੇ ਰਹੀ ਹੈ, ਹੈਵ ਆਈ ਨਾਟ ਦਾ ਰੀਜ਼ਨ ਟੂ ਲੈਮੈਂਟ? ਕੀ ਮੈਨੂੰ ਦੁਖੀ ਨਹੀਂ ਹੋਣਾ ਚਾਹੀਦਾ? ਕੀ ਮੈਨੂੰ ਪਛਤਾਉਣਾ ਨਹੀਂ ਚਾਹੀਦਾ? ਕੀ ਮੈਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ? ਕੀ ਸੋਚ ਕੇ ਵਟ ਮੈਨ ਹੈਜ਼ ਮੇਡ ਆਫ ਮੈਨ, ਕਿ ਮਨੁੱਖ ਨੇ ਆਖਿਰ ਕੀ ਹਾਲ ਕਰਤਾ। ਸੋ ਪੂਰੀ ਦੀ ਪੂਰੀ ਕਵਿਤਾ ਦੇ ਵਿੱਚ ਉਹਨਾਂ ਨੇ ਕੀ ਕੀਤਾ ਹੋਇਆ ਹੈ? ਦ ਪੋਇਟ ਹੈਜ਼ ਕੰਪੇਅਰਡ ਫੇਅਰ ਵਰਕਸ ਆਫ ਨੇਚਰ ਵਿਦ ਸੈਲਫਿਸ਼ਨੈਸ ਆਫ ਹਿਊਮਨ ਬੀਇੰਗਸ। ਪੂਰੀ ਦੀ ਪੂਰੀ ਕਵਿਤਾ 'ਚ ਕੀ ਕੀਤਾ ਉਹਨਾਂ ਨੇ? ਪ੍ਰਕਿਰਤੀ ਦੇ ਚੰਗੇ ਕੰਮਾਂ ਨੂੰ ਮਨੁੱਖ ਦੇ ਮਾੜੇ ਕੰਮਾਂ ਨਾਲ ਤੁਲਨਾ ਕੀਤੀ ਹੈ। ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰਕਿਰਤੀ ਵਰਗਾ ਬਣਨਾ ਚਾਹੀਦਾ ਹੈ। ਪ੍ਰਕਿਰਤੀ ਕੀ ਕਰਦੀ ਹੈ? ਧਰਤੀ ਕੀ ਕਰਦੀ ਹੈ? ਆਪਣੇ ਸੀਨੇ ਤੇ ਚੀਰਦੇ ਹਾਂ ਅਸੀਂ ਧਰਤੀ ਨੂੰ, ਜਦੋਂ ਅਸੀਂ ਹਲ ਚਲਾਉਂਦੇ ਹਾਂ ਧਰਤੀ ਦੇ ਸੀਨੇ ਤੇ ਚੀਰਦੇ ਆ ਨਾ, ਤੇ ਉਸ ਚੀਰਨ ਦੇ ਬਦਲੇ ਸਾਨੂੰ ਧਰਤੀ ਕੀ ਦਿੰਦੀ ਹੈ? ਹਲ ਚਲਾ ਕੇ ਅਸੀਂ ਉਹ 'ਚ ਫਸਲ ਬੀਜ ਦਿੰਦੇ ਹਾਂ, ਹਨਾ। ਅਸੀਂ ਧਰਤੀ ਦਾ ਸੀਨਾ ਪਾੜ ਕੇ ਉਸ ਦੇ ਵਿੱਚੋਂ ਫਸਲ ਬੀਜ ਦਿੰਦੇ ਹਾਂ, ਤੇ ਉਹ ਫਸਲ ਅਨਾਜ ਦੇ ਰੂਪ ਦੇ ਵਿੱਚ ਸਾਨੂੰ ਮੋੜ ਦਿੰਦੀ ਹੈ। ਤਾਂ ਪ੍ਰਕਿਰਤੀ ਕੀ ਕਰਦੀ ਆ? ਉਹ ਦੁੱਖ ਸਹਿ ਕੇ ਵੀ ਸਾਡਾ ਢਿੱਡ ਭਰਦੀ ਹੈ। ਆਪਣੇ ਲਈ ਆਕਸੀਜਨ ਨਹੀਂ ਬਣਾਉਂਦਾ ਦਰਖਤ, ਆਕਸੀਜਨ ਬਣਾ ਕੇ ਸਾਨੂੰ ਦੇ ਦਿੰਦਾ ਹੈ। ਔਰ ਦਰਖਤ ਆਪ ਧੁੱਪ 'ਚ ਜਲਦਾ ਰਹਿੰਦਾ ਹੈ, ਛਾਂ ਕਿਹਨੂੰ ਦੇ ਦਿੰਦਾ ਹੈ? ਸਾਨੂੰ ਦੇ ਦਿੰਦਾ ਹੈ। ਕੋਈ ਵੀ ਦਰਖਤ ਕਦੇ ਤੁਸੀਂ ਦੇਖਿਆ ਬੇਟੇ ਆਪਣੇ ਫਲ ਆਪ ਖਾ ਰਿਹਾ ਹੋਵੇ? ਕੋਈ ਦਰਖਤ ਆਪਣੀ ਛਾਵੇਂ ਆਪ ਬਹਿ ਰਿਹਾ ਹੋਵੇ? ਕੋਈ ਝਰਨਾ ਆਪਣਾ ਪਾਣੀ ਆਪ ਪੀ ਰਿਹਾ ਹੋਵੇ? ਤਾਂ ਪ੍ਰਕਿਰਤੀ ਉਹ ਕਹਿੰਦਾ ਜੋ ਵੀ ਕਰਦੀ ਹੈ ਮਨੁੱਖ ਲਈ ਕਰਦੀ ਹੈ, ਔਰ ਮਨੁੱਖ ਜੋ ਵੀ ਕਰਦਾ ਹੈ ਉਹ ਸਿਰਫ ਆਪਣੇ ਸਵਾਰਥ ਲਈ ਕਰਦਾ ਹੈ। ਸੋ ਹੁਣ ਮੈਂ ਇਸ ਦਾ ਸੈਂਟਰਲ ਆਈਡੀਆ ਬਰੀਫ ਕਰ ਰਹੀ ਹਾਂ ਤੁਹਾਨੂੰ, ਬਾਅਦ ਚੋਂ ਮੈਂ ਤੁਹਾਨੂੰ ਰਿਟਰਨ ਭੇਜੂੰਗੀ ਗਰੁੱਪ ਦੇ ਵਿੱਚ, ਠੀਕ ਹੈ। ਸੈਂਟਰਲ ਆਈਡੀਆ ਕੀ ਕਹਿੰਦਾ ਇਸ ਪੋਇਮ ਦਾ? ਤੁਹਾਨੂੰ ਇਸ ਪੋਇਮ ਦੇ ਵਿੱਚੋਂ ਦੋ ਤਰ੍ਹਾਂ ਦੇ ਕੁਐਸਚਨ ਆਉਣਗੇ ਬੇਟਾ। ਇੱਕ ਤਾਂ 3 ਨੰਬਰ ਦਾ ਸੈਂਟਰਲ ਆਈਡੀਆ, ਇੱਕ 4 ਨੰਬਰ ਦਾ ਕੰਪਰੀਹੈਂਸ਼ਨ ਪੈਸੇਜ। 4 ਨੰਬਰ ਦਾ ਕੰਪਰੀਹੈਂਸ਼ਨ ਪੈਸੇਜ ਕੀ ਹੋਊਗਾ ਕਿ ਉਸ 'ਚ ਇਸੇ ਪੋਇਮ 'ਚੋਂ ਇੱਕ ਪੈਰਾ ਦੇ ਦਿੱਤਾ ਜਾਊਗਾ ਤੇ ਕੁਐਸਚਨਸ ਕਿਵੇਂ ਦੇ ਹੋਣਗੇ? ਹੂ ਇਜ਼ ਦਾ ਰਾਈਟਰ, ਵਾਟ ਇਜ਼ ਦਾ ਨੇਮ ਆਫ ਦਾ ਪੋਇਮ। ਜਾਂ ਪੈਰੇ ਦੇ ਵਿੱਚੋਂ ਕੁਝ ਕੁਐਸਚਨ ਪੁੱਛ ਲੈਣਗੇ, ਜਿਸ ਤਰ੍ਹਾਂ ਦ ਲਾਈਨ ਦ ਹਿਊਮਨ ਸੋਲ ਥਰੂ ਮੀ ਰੈਨ ਐਂਡ ਮਚ ਇਟ ਗ੍ਰੀਵ ਟੂ ਮਾਈ ਹਾਰਟ ਟੂ ਥਿੰਕ ਵਾਟ ਇਜ਼ ਦ ਮੀਨਿੰਗ ਆਫ ਦਿਸ ਲਾਈਨ। ਇਸ ਤਰ੍ਹਾਂ ਦਾ ਕੁਝ ਪੁੱਛ ਸਕਦੇ ਆ, ਜਾਂ ਫਿਰ ਫਿਗਰ ਆਫ ਸਪੀਚ ਪੁੱਛ ਸਕਦੇ ਆ। ਕੱਲ ਨੂੰ ਮੈਂ ਕਲਾਸ ਲਾਉਂਗੀ ਤੇ ਤੁਹਾਨੂੰ ਫਿਗਰ ਆਫ ਸਪੀਚ ਸਮਝਾਉਂਗੀ। ਸੋ ਉਹ ਕਹਿੰਦੇ ਨੇ ਕਿ ਇਸ ਪੋਇਮ ਦੇ ਵਿੱਚ ਪੂਰਾ ਸੈਂਟਰਲ ਆਈਡੀਆ ਕੀ ਹੈ? ਦ ਰਾਈਟਰ ਇਜ਼ ਸਿਟਿੰਗ in nature and the writer is very happy. He was lost in sweet moods and he was enjoying the music of nature. But suddenly sad thought come to his mind. The writer compares the fair works of nature with the selfishness of man. The fair works of nature makes him happy, but the selfishness of man makes him sad. And the writer says that we should not be so selfish, we should be like nature and have the selfless service to all. ਸੋ ਇਸ ਸੈਂਟਰਲ ਆਈਡੀਆ ਦਾ ਮਤਲਬ ਕੀ ਹੈ ਕਿ ਸਾਡਾ ਕਵੀ ਪ੍ਰਕਿਰਤੀ 'ਚ ਬੈਠਾ ਪ੍ਰਕਿਰਤੀ ਦਾ ਆਨੰਦ ਲੈ ਰਿਹਾ ਹੈ। ਉਹ ਆਸੇ-ਪਾਸੇ ਪ੍ਰਕਿਰਤੀ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈ। ਪ੍ਰਕਿਰਤੀ ਦੇ ਨਿਸਵਾਰਥ ਸੇਵਾ ਦੇ ਬਦਲੇ ਉਸਦੇ ਮਨ ਦੇ ਵਿੱਚ ਬਹੁਤ ਖੁਸ਼ੀ ਭਰੇ ਵਿਚਾਰ ਆ ਰਹੇ ਹਨ। ਲੇਕਿਨ ਅਚਾਨਕ ਹੀ ਉਸਦੇ ਮਨ 'ਚ ਉਦਾਸ ਖਿਆਲ ਆਉਣ ਲੱਗ ਜਾਂਦੇ ਨੇ, ਜਦੋਂ ਉਹ ਸੋਚਦਾ ਹੈ ਕਿ ਮਨੁੱਖ ਕਿੰਨਾ ਸਵਾਰਥੀ ਹੈ ਤੇ ਆਪਣੇ ਸਵਾਰਥ ਲਈ ਉਹ ਪ੍ਰਕਿਰਤੀ ਨੂੰ, ਜਾਨਵਰਾਂ ਨੂੰ ਤੇ ਦੂਜੇ ਮਨੁੱਖਾਂ ਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਵਿਲੀਅਮ ਵਰਡਸਵਰਥ ਸਾਨੂੰ ਕੀ ਸੁਨੇਹਾ ਦਿੰਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਹਮੇਸ਼ਾ ਹੀ ਪ੍ਰਕਿਰਤੀ ਵਾਂਗ ਦੂਜਿਆਂ ਦੀ ਨਿਸਵਾਰਥ ਸੇਵਾ ਕਰਨੀ ਚਾਹੀਦੀ ਹੈ। You understood the poem, beta? Very good.
ਹੁਣ ਮੈਂ ਤੁਹਾਨੂੰ ਨਾ ਗਰੁੱਪ ਦੇ ਵਿੱਚ ਇੱਕ ਵਾਰ ਫੇਰ ਕਿਉਂਕਿ ਬਹੁਤ ਸਾਰੇ ਬੱਚੇ ਨਵੇਂ ਵੀ ਆਏ ਨੇ, ਸੋ ਫਰਸਟ ਪੋਇਮ ਦੀ ਹੀ ਵੀਡੀਓ ਪਾਉਂਗੀ ਔਰ ਫਰਸਟ ਪੋਇਮ ਦਾ ਹੀ ਤੁਹਾਨੂੰ ਪੀਡੀਐਫ ਪਾ ਰਹੀ ਹਾਂ, ਸੈਂਟਰਲ ਆਈਡੀਆ ਪਾ ਰਹੀ ਹਾਂ, ਤੁਸੀਂ ਕਾਪੀਜ਼ ਤੇ ਲਿਖ ਲੈਣਾ, ਇਹਨੂੰ ਯਾਦ ਕਰ ਲੈਣਾ। ਕੱਲ ਦੀ ਜ਼ੂਮ ਕਲਾਸ 'ਚ ਮੈਂ ਸੁਣੂੰਗੀ ਵੀ ਤੇ ਫਿਗਰਸ ਆਫ ਸਪੀਚ ਵੀ ਸਮਝਾਉਂਗੀ ਤੇ ਇਹ ਵਾਲਾ ਤੁਹਾਡੇ ਤੋਂ ਸੈਂਟਰਲ ਆਈਡੀਆ ਮੈਂ ਸੁਣੂੰਗੀ ਵੀ, ਠੀਕ ਹੈ। ਤੇ ਹਰ ਰੋਜ਼ ਆਪਾਂ 11 ਵਜੇ ਕਲਾਸ ਲਾਇਆ ਕਰਾਂਗੇ ਤੇ ਤੁਸੀਂ ਇਸੇ ਤਰੀਕੇ ਨਾਲ ਅਟੈਂਡ ਕਰਦੇ ਰਹਿਣਾ, ਇਹ ਨਹੀਂ ਸੋਚਣਾ ਕਿ ਛੁੱਟੀਆਂ ਨੇ, ਛੁੱਟੀਆਂ 'ਚ ਆਪਾਂ ਜੇ ਪੜ੍ਹਦੇ ਰਹਾਂਗੇ ਆ ਫਿਰ ਆਪਣੀ ਵਧੀਆ ਤਿਆਰੀ ਹੋ ਜੂਗੀ, ਮਹੀਨਾ ਆਪਾਂ ਵੇਸਟ ਨਹੀਂ ਕਰਨਾ, ਓਕੇ। ਤੇ ਅੱਜ ਦੀ ਕਲਾਸ ਹੁਣ ਆਪਾਂ ਇਹ ਓਵਰ ਕਰਾਂਗੇ। ਇੱਕ ਵਾਰ ਨਾ ਤੁਸੀਂ ਸਾਰੇ ਵੀਡੀਓ ਔਨ ਕਰ ਲਓ ਬੇਟਾ।